ਮਿੰਟੂ ਜੀ, ਆਮ ਆਦਮੀ ਪਾਰਟੀ ਦਾ ਕਿਹੜਾ ਐਮਐਲਏ ਰਿਸ਼ਵਤ ਕਾਂਡ ਦੇ ਵਿੱਚ ਫਸ ਗਿਆ, ਉਹਦੇ ਪੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ? ਬਿਲਕੁਲ, ਪੀਏ ਦਾ ਤਾਂ ਅੱਜ ਕੱਲ ਮਤਲਬ ਹੀ ਇਹ ਕੱਢਿਆ ਜਾਂਦਾ ਕਿ ਇਕੱਠੇ ਕੁੱਠੇ ਕਰ ਸ਼ਾਮ ਨੂੰ ਪੀਏ, ਤਾਂ ਉਹਨੂੰ ਕਹਿ ਦਿੰਦੇ ਪੀਏ। ਤਾਂ ਖੈਰ ਦੇਖੋ, ਇਹ ਮਸਲਾ ਹੈ ਬਠਿੰਡੇ ਦਾ। ਬਠਿੰਡੇ ਦੇ ਵਿੱਚ ਦੋ ਹਲਕੇ ਆ, ਜਿੱਦਾਂ ਇੱਕ ਸ਼ਹਿਰੀ ਤੇ ਇੱਕ ਦਿਹਾਤੀ। ਇਹ ਦਿਹਾਤੀ ਦਾ ਐਮਐਲਏ ਹੈ ਅਮਿਤ ਰਤਨ। ਮੇਰੇ ਦੋ ਅਨਮੋਲ ਰਤਨ, ਇਹ ਅਮਿਤ ਰਤਨ ਹੈ, ਇੱਕੋ ਰਤਨ ਹੈ। ਤੇ ਜਿਹੜਾ ਅਕਾਲੀ ਦਲ ਚੋਂ ਆਇਆ ਉਹਨਾਂ ਨੇ ਕੱਢਿਆ ਵੱਢਿਆ ਤੇ ਇਹਨਾਂ ਨੇ ਹਾਸਲ ਕਰ ਲਿਆ ਕਿ ਰਤਨ ਸਾਨੂੰ ਮਿਲਣਾ ਚਾਹੀਦਾ। ਤਾਂ ਖੈਰ ਰਤਨ ਦਾ ਅੱਜ ਪੂਰਾ ਹੀ ਮੁੱਲ ਪੈ ਗਿਆ ਵਾ। ਹੋਇਆ ਕੀ ਹੈ ਕਿ ਵਿਜੀਲੈਂਸ ਨੇ ਰੇਡ ਕਰਕੇ ਸਰਕਟ ਹਾਊਸ ਦੇ ਵਿੱਚੋਂ ਇਹਨਾਂ ਦੀ ਗੱਡੀ ਚੋਂ 4 ਲੱਖ ਰੁਪਈਆ ਬਰਾਮਦ ਕਰ ਲਿਆ। ਝੋਲੇ 'ਚ ਭਰ ਰੱਖਿਆ ਸੀ ਪੂਰਾ ਬੰਨ ਕੇ। ਹੁਣ ਮਸਲਾ ਇਹ ਹੋਇਆ ਕਿ ਇੱਕ ਲਾਗਲੇ ਪਿੰਡ ਦੇ ਸਰਪੰਚ ਦਾ ਦੋਸ਼ ਇਹ ਆ ਕਿ ਅਸੀਂ ਕੰਮ ਕਰਾਏ ਸਨ, ਕਦੇ ਰਿਸ਼ਵਤ ਦਿੱਤੀ ਨਹੀਂ, ਕਦੇ ਰਿਸ਼ਵਤ ਲਈ ਨਹੀਂ। ਸਾਡਾ ਮਹਿਕਮੇ ਵੱਲ ਪੈਸਾ ਅੜਿਆ ਪਿਆ ਸੀ ਤਕਰੀਬਨ 25 ਲੱਖ। ਤੇ ਉਹ ਕਹਿੰਦੇ ਕਿ ਐਮਐਲਏ ਸਾਹਿਬ ਨਾਲ ਗੱਲ ਕੀਤੀ ਕਿ ਦਬਾਓ ਹਜ਼ੂਰ ਪੈਸਾ, ਲੇਟ ਲਤੀਫੀ ਕਰੀ ਜਾਂਦੇ ਆ। ਤੇ ਇਹ ਕਹਿੰਦੇ ਕਿ ਬਾਈ ਸਾਨੂੰ ਕੀ ਦਿਓਗੇ। ਤੇ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਆ ਖੇਡ। ਉਹਨਾਂ ਨੂੰ ਕਰਨਾ ਪਿਆ। ਉਹ ਕਹਿੰਦੇ ਕਿ ਅਸੀਂ ਰਾਜ਼ੀ ਨਹੀਂ ਸਾਂ ਇਸ ਵਾਸਤੇ। 7 ਲੱਖ ਰੁਪਈਆ ਰਿਲੀਜ਼ ਕਰਕੇ ਕਹਿੰਦੇ ਕਿ ਸਾਡਾ ਹੱਕ ਇੱਥੇ ਰੱਖ, ਮਤਲਬ ਕਿ ਤੈਨੂੰ ਜਿੰਨੇ ਮਿਲੇ ਆ ਸੋ ਮਿਲੇ, ਸਾਨੂੰ ਸਾਡਾ ਦਿਓ ਬਈ 4-5 ਲੱਖ ਰੁਪਈਆ ਜਿਹੜਾ। ਤਾਂ ਫਿਰ ਉਹਨਾਂ ਨੇ ਵਿਜੀਲੈਂਸ ਦੇ ਪਾਸ ਸ਼ਿਕਾਇਤ ਕੀਤੀ ਤੇ ਫਿਰ ਚੱਕ ਲੋ ਹੋ ਗਈ। ਹੁਣ ਘਟਨਾਕ੍ਰਮ ਜਿਹੜਾ ਵਾਪਰਿਆ ਕਥਿਤ ਤੌਰ ਤੇ ਪਹਿਲਾਂ ਇਹ ਕਿਹਾ ਗਿਆ ਕਿ ਐਮਐਲਏ ਵੀ ਗ੍ਰਿਫਤਾਰ ਹੋ ਗਿਆ। ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਇਹੀ ਤੁਹਾਨੂੰ ਮਿਲਣਗੀਆਂ, ਨਿਊਜ਼ ਵੈਬਸਾਈਟਾਂ ਤੇ ਸ਼ਾਇਦ ਇਹ ਚੀਜ਼ ਹਾਲੇ ਅਪਡੇਟ ਹੋਈ ਵੀ ਨਹੀਂ ਹੋਏਗੀ, ਏਦਾਂ ਹੀ ਤੁਹਾਨੂੰ ਨਿਊਜ਼ ਮਿਲੇਗੀ ਜੀ। ਪਰ ਹੋਇਆ ਕੀ ਕਿ ਉੱਥੇ ਫਿਰ ਵਿਜੀਲੈਂਸ ਵਾਲਿਆਂ ਤੇ ਪਤਾ ਨਹੀਂ ਕਿਹੜਾ ਦਬਾਅ ਪਿਆ ਜਾਂ ਕਿਹੜਾ ਨਹੀਂ ਪਿਆ, ਇਹਨੂੰ ਡਿਟੇਨ ਕਰੀ ਰੱਖਿਆ, ਐਮਐਲਏ ਨੂੰ ਬਿਠਾਈ ਰੱਖਿਆ ਘੰਟਿਆਂ ਬੱਧੀ। ਉਸ ਤੋਂ ਬਾਅਦ ਕਹਿੰਦੇ ਕਿ ਸਵਿਚ ਆਫ ਕੀਤਾ ਗਿਆ, ਲਾਈਟ ਚਲੇਗੀ, ਕਹਿੰਦੇ ਲਾਈਟ ਚਲੇਗੀ, ਬਦਲਾਅ ਆ ਗਿਆ। ਤੇ ਜਦੋਂ ਉਹਨੂੰ ਲਾਈਟ ਆਈ ਉਦੋਂ ਨੂੰ ਕਹਿੰਦੇ ਕਿ ਪਿਛਲੇ ਦਰਵਾਜ਼ੇ ਤੋਂ ਐਮਐਲਏ ਜਿਵੇਂ ਕੌੜੀ ਵਾਲੇ ਹੱਥ ਲਾ ਕੇ ਜਾਫੀ ਨੂੰ ਆਓ ਗਿਆ ਬਈ ਰੇਡਰ ਆਓ ਗਿਆ, ਉਹ ਨਿਕਲ ਗਿਆ। ਜਿੰਨੀ ਕੁ ਲਾਸਟ ਅਪਡੇਟ ਮਿਲੀ ਆ ਕਿ ਹਾਲ ਦੀ ਘੜੀ ਐਮਐਲਏ ਤੇ ਆਪਣੇ ਘਰ ਨੂੰ ਤੁਰ ਗਿਆ। ਤੇ ਜਿਹੜਾ ਉਹਦਾ ਪੀਏ ਆ ਉਹ ਵੀ ਕਹਿੰਦੇ ਕਿ ਸੋ ਕਾਲਡ ਪੀਏ ਹੈ, ਵੈਸੇ ਪੀਏ ਆਫੀਸ਼ੀਅਲੀ ਤਾਂ ਕੋਈ ਹੋਰ ਆ, ਮਤਲਬ ਕਿ ਇਸੇ ਕੰਮ ਵਾਸਤੇ ਸ਼ਾਇਦ ਉਤਰਿਆ ਫਿਰਦਾ ਸੀਗਾ ਪਟਿਆਲੇ ਦਾ ਕੋਈ ਰੇਸ਼ਮ। ਤਾਂ ਉਹਨੂੰ ਰੇਸ਼ਮ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਕਿ ਆਜਾ ਬਾਈ ਹੁਣ ਤੇਰਾ ਬਣਾਉਨੇ ਆ ਜੋ ਵੀ ਅੱਗੇ ਬਣਦਾ। ਤਾਂ ਖੈਰ ਇਹ ਬਹੁਤ ਵੱਡੀ ਖਬਰ ਹੈ। ਦੇਰ ਸ਼ਾਮੀ ਇਹ ਖਬਰ ਆਈ, ਸਾਰਾ ਮੀਡੀਆ ਸੋਸ਼ਲ ਮੀਡੀਆ ਹਿਲਾ ਕੇ ਰੱਖ ਦਿੱਤਾ। ਲੋਕ ਤੁਹਾਨੂੰ ਪਤਾ ਹੀ ਹੈ ਮਜ਼ਾਹੀ ਅੰਦਾਜ਼ ਦੇ ਵਿੱਚ ਫਿਰ ਫਬਤੀਆਂ ਵੀ ਕੱਸਦੇ ਆ। ਬਹਰਹਾਲ ਹਾਲ ਦੀ ਘੜੀ ਜੋ ਤੁਹਾਨੂੰ ਖਬਰ ਕਿਤੇ ਵੇਖਣ ਨੂੰ ਮਿਲੇ ਕਿ ਐਮਐਲਏ ਗ੍ਰਿਫਤਾਰ ਹੋ ਗਿਆ, ਉਸ ਖਬਰ ਦੀ ਕੋਈ ਪੁਸ਼ਟੀ ਨਹੀਂ, ਪਰ ਇਹ ਆ ਕਿ ਇਹਦਾ ਇੱਕ ਨੇੜੂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜੀ। ਸੋ ਰਤਨ ਕਿਤੇ ਐਮਐਲਏ ਦਾ ਪਤਨ ਨਾ ਬਣ ਜਾਵੇ ਜਾਂ ਫਿਰ ਵਾਈਸ ਵਰਸਾ, ਐਮਐਲਏ ਕਰਕੇ ਰਤਨ ਦਾ ਪਤਨ ਨਾ ਹੋ ਜਾਵੇ। ਹੋ ਗਿਆ ਸ਼ੁਰੂ, ਹੁਣ ਸਰਕਾਰ ਦਾ ਦੇਖੋ ਕੀ ਹੋਏਗਾ। ਵੈਸੇ ਜਿਮਨੀ ਚੋਣ ਤੋਂ ਪਹਿਲਾਂ ਇੱਕ ਅੱਧਾ ਭੜਕਾ ਦਿੰਦੇ ਹੁੰਦੇ ਆ ਇਹ। ਰਾਈਟ ਜੀ। ਮਿੰਟੂ ਜੀ, ਜਿਹੜਾ ਕੋਲਾ ਮਾਰਗ ਨੂੰ ਲੈ ਕੇ ਜਿਹੜੀ ਗੱਲਬਾਤ ਬੀਤੇ ਦਿਨਾਂ ਤੋਂ ਚੱਲਦੀ ਆ ਰਹੀ ਸੀ, ਉਹਦੇ ਬਾਰੇ ਤੁਸੀਂ ਪਹਿਲਾਂ ਵੀ ਅਪਡੇਟ ਸਾਂਝੀਆਂ ਕਰਦੇ ਰਹੇ ਹੋ। ਹੁਣ ਪੰਜਾਬ ਨੇ ਕੇਂਦਰ ਸਰਕਾਰ ਨੂੰ ਜਵਾਬ ਦਿੱਤਾ। ਕੀ ਆਖਿਆ ਪੰਜਾਬ ਨੇ ਕੋਲੇ ਮਾਰਗ ਵਾਲੇ ਵਿਸ਼ੇ ਤੇ? ਦੇਖੋ, ਕੇਂਦਰ ਨੇ ਸਾਫ਼ ਕਰ ਦਿੱਤਾ, ਕਹਿੰਦੇ ਕਿ ਦੇਖੋ ਗੱਲ ਇਹ ਹੈ ਕਿ ਅਸੀਂ ਤੁਹਾਨੂੰ ਕਦੋਂ ਮਜਬੂਰ ਕੀਤਾ ਕਿ ਤੁਸੀਂ ਕੋਲਾ ਜਿਹੜਾ ਉਹ ਇਸ ਰਸਤੇ ਥਾਣੀ ਲੈ ਕੇ ਜਾਓ। ਬਈ ਉਹ ਕਹਿੰਦੇ ਕਿ ਤੁਸੀਂ ਵਧੇਰੇ ਕੋਲੇ ਦੀ ਮੰਗ ਕੀਤੀ ਸੀ ਤੇ ਅਸੀਂ ਤੁਹਾਨੂੰ ਦੱਸਿਆ ਕਿ ਵੇਖੋ ਜਿਹੜੇ ਤੁਹਾਨੂੰ ਅੱਗੇ ਰੈਕ ਮਿਲਦੇ ਸੀਗੇ ਰੋਜ਼ਾਨਾ ਉਹ ਘੱਟ ਮਿਲਦੇ ਸੀਗੇ ਪੰਜਾਬ ਨੂੰ। ਪਿਛਲੇ ਸਾਲ ਰੋਜ਼ਾਨਾ ਉਹ ਕਹਿੰਦੇ ਕਿ 9.6 ਰੈਕ ਕੋਲਾ ਮਿਲ ਰਿਹਾ ਸੀ, ਉਹਦੇ ਮੁਕਾਬਲੇ ਐਤਕੀ ਤੁਹਾਨੂੰ ਰੋਜ਼ਾਨਾ 13.8 ਰੈਕ ਕੋਲਾ ਮਿਲ ਰਿਹਾ ਹੈ। ਤੇ ਪੰਜਾਬ ਹਾਲੇ ਵੀ ਹੋਰ ਕੋਲਾ ਚਾਹੁੰਦਾ ਆ। ਤੇ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਬਾਈ ਫਿਰ ਤੁਸੀਂ ਬਦਲਵਾਂ ਰੂਟ ਲੈ ਲਓ, ਕਿਉਂਕਿ ਇਹ ਨੈਟਵਰਕ ਜਿਹੜਾ ਹੈ ਬਹੁਤ ਜ਼ਿਆਦਾ ਰੁੱਝਿਆ ਹੋਇਆ ਹੈ। ਉਹ ਤੁਹਾਡੀ ਤਸੱਲੀ ਆ, ਤੁਹਾਡੀ ਮਰਜ਼ੀ ਆ। ਜੇ ਤੁਸੀਂ ਚਾਹੋ ਤੇ ਠੀਕ ਆ, ਕੋਲੇ ਤੋਂ ਕੋਈ ਨਾ ਨਹੀਂ ਹੈ, ਪਰ ਤੁਸੀਂ ਰੂਟ ਆਪਣਾ ਜਿਹੜਾ ਆਪਣੇ ਆਪ ਲੱਭੋ। ਤੇ ਦੂਜੀ ਗੱਲ ਇਹ ਆ, ਉਹ ਕਹਿੰਦੇ ਕਿ ਜੇ ਤੁਸੀਂ ਇਹ ਕੋਲਾ ਨਹੀਂ ਚੁੱਕੋਗੇ ਤੇ ਅਸੀਂ ਤੁਹਾਡੇ ਵਾਲਾ ਕੋਲਾ ਜਿਹੜਾ ਉਹ ਕਿਸੇ ਹੋਰ ਸਟੇਟ ਨੂੰ ਚੁਕਾ ਦਿਆਂਗੇ ਜਿਹੜਾ ਤੁਹਾਨੂੰ ਕਹਿੰਦੇ ਆ। ਜਾਂ ਨਹੀਂ, ਉਹ ਤਾਂ ਕਹਿੰਦੇ ਆ ਕਿ ਬਾਈ ਉਹ ਜਿਵੇਂ ਕਹਿੰਦੇ ਅਸੀਂ ਤੇ ਤੁਹਾਡਾ ਭਲਾ ਕਰਦੇ ਆ ਤੇ ਤੁਸੀਂ ਸਾਨੂੰ ਹੀ ਅੱਗੋਂ ਟੁੱਟ ਕੇ ਪੈਂਦੇ ਜੇ ਗੱਲਾਂ ਚੰਗੀਆਂ ਨਹੀਂ ਹੈਗੀਆਂ। ਮਤਲਬ ਸਾਫ਼ ਕੀਤਾ ਕੇਂਦਰ ਸਰਕਾਰ ਨੇ ਕਿ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਉਹਨਾਂ ਗੱਲਾਂ ਦੇ ਵਿੱਚ ਦਮ ਨਹੀਂ ਹੈ। ਅਸੀਂ ਤੇ ਤੁਹਾਨੂੰ ਸਿਰਫ ਇਹੋ ਕਿਹਾ ਸੀਗਾ ਕਿ ਜੇ ਤੁਸੀਂ ਹੋਰ ਵਧੇਰੇ ਕੋਲਾ ਜਿਹੜਾ ਹੈ ਉਹ ਢੋਆ ਢੋਈ ਕਰਕੇ ਲੈ ਜਾਣਾ ਵਾ ਪੰਜਾਬ ਤੇ ਫਿਰ ਤੁਹਾਨੂੰ ਇੱਕ ਬਦਲਵਾਂ ਰੂਟ ਜਿਹੜਾ ਉਹ ਲੈਣਾ ਪਏਗਾ। ਪਰ ਇਹਦੇ ਵਿੱਚ ਤੁਹਾਨੂੰ ਕੋਈ ਮਜਬੂਰ ਨਹੀਂ ਕਰ ਸਕਦਾ, ਕਿਉਂਕਿ ਇਹ
ਸਟੇਟਾਂ ਦਾ ਹੱਕ ਆ ਕਿ ਉਹਨਾਂ ਨੇ ਕਿਸ ਵਿਧੀ ਰਾਹੀਂ ਇਹ ਕੋਲਾ ਜਿਹੜਾ ਉਹ ਢੋਣਾ ਹੈ ਆਪਣੀ ਸਟੇਟ ਦੇ ਵਿੱਚ। ਤਾਂ ਸਾਫ਼ ਕਰ ਦਿੱਤਾ ਉਹਨਾਂ ਨੇ, ਸਪਸ਼ਟ ਕਰ ਦਿੱਤਾ ਹੈ। ਹਾਲਾਂਕਿ ਹੁਣ ਪੰਜਾਬ ਸਰਕਾਰ ਦੱਸੇਗੀ ਕਿ ਬਈ ਕੀ ਕੇਂਦਰ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੱਤਰ ਦੇ ਵਿੱਚ ਲਿਖੀਆਂ ਸੀ ਜਾਂ ਨਹੀਂ ਲਿਖੀਆਂ। ਪਰ ਕੇਂਦਰ ਸਰਕਾਰ ਤੇ ਦਬਾਅ ਜ਼ਰੂਰ ਬਣਿਆ ਵਿਜੇ ਜੀ, ਜਦੋਂ ਇੱਥੇ ਖਬਰਾਂ ਚੱਲੀਆਂ, ਸਟੇਟਮੈਂਟਾਂ ਚੱਲੀਆਂ, ਫਿਰ ਉਸ ਤੋਂ ਬਾਅਦ ਨੈਸ਼ਨਲ ਮੀਡੀਆ ਦੇ ਵਿੱਚ ਜੋ ਕਲਮਾਂ ਹਮੇਸ਼ਾ ਬੇਬਾਕੀ ਦੇ ਨਾਲ ਬੋਲਦੀਆਂ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ, ਸਾਰਾ ਮਾਮਲਾ ਉਜਾਗਰ ਕੀਤਾ, ਤਾਂ ਫਿਰ ਇਹਨਾਂ ਦੀ ਇਹ ਸਫਾਈ ਆ ਗਈ ਆ। ਹੁਣ ਦੇਖਦੇ ਆ ਕਿ ਕੀ ਬਣਦਾ। ਪਰ ਮੈਨੂੰ ਲੱਗਦਾ ਕਿ ਗਵਰਨਰ ਤੇ ਸੀਐਮ ਦੀ ਜਿਹੜੀ ਉਹ ਚੱਲਦੀ ਹੈ ਨਾ ਆਪਸ ਦੇ ਵਿੱਚ, ਗਵਰਨਰ ਹਾਊਸ ਤੇ ਮੁੱਖ ਮੰਤਰੀ ਦੇ ਦਫ਼ਤਰ ਦੀ ਟੱਸਲ, ਉਹ ਕਿਤੇ ਇਦਾਂ ਨਾ ਹੋ ਜਾਏ ਕਿ ਹੁਣ ਕੋਲੇ ਵਾਲੇ ਤੱਕ ਵੀ ਪਹੁੰਚ ਜਾਵੇ ਮਾਮਲਾ, ਤਾਂ ਇੱਥੇ ਵੀ ਭਸੂੜੀ ਪੈ ਜਾਵੇ। ਉਧਰੋਂ ਗਰਮੀ ਕਹਿੰਦੀ ਹੈ ਕਿ ਬਸ ਮੈਂ ਆਈ ਲਓ, ਮੈਂ ਆਈ ਲਓ ਜੀ। ਇਹ ਨਾ ਹੋਵੇ ਕਿ ਕੋਲਾ ਆਵੇ ਨਾ ਤੇ ਗਰਮੀ ਆ ਜਾਵੇ, ਬਹੁਤ ਵੱਟ ਨਿਕਲਣਗੇ। ਫਿਰ ਅੱਤ ਗਰਮੀ ਕਰਾਏਗੀ ਤਾਂ ਇਧਰੋਂ ਕੋਲਾ ਨਾ ਆਇਆ ਤਾਂ ਫਿਰ ਜਨਤਾ ਤੁਹਾਨੂੰ ਪਤਾ ਸਾਰੀ ਖਿੱਚ ਜਿਹੜੀ ਸੋਸ਼ਲ ਮੀਡੀਆ ਤੇ ਕੱਢਦੀ ਹੈ। ਕੋਲਾ ਨਹੀਂ ਆਉਣਾ ਤੇ ਬਿਜਲੀ ਨਹੀਂ ਆਉਣੀ, ਜੇ ਬਿਜਲੀ ਨਾ ਆਈ ਤੇ ਸੋਸ਼ਲ ਮੀਡੀਆ ਵਾਲੀ ਫੋਨ ਵੀ ਚਾਰਜ ਕਰਨੇ ਔਖੇ ਹੋ ਜਾਣਗੇ ਜੀ। ਹਾਂਜੀ, ਫਿਰ ਤਾਂ ਸਾਰੇ ਬਹੁਤ ਔਖਾ ਹੋ ਜਾਂਦਾ ਹੈ। ਜੇ ਗੱਲ ਇਹ ਆ ਕਿ ਚਲੋ ਅਮੀਰ ਬੰਦਾ ਤੇ ਥੋੜਾ ਸਾਰ ਲੈਂਦਾ, ਗਰੀਬ ਬੰਦਾ ਕੀ ਕਰੇਗਾ, ਬਹੁਤ ਔਖਾ ਹੋ ਜਾਂਦਾ ਹੈ। ਤੇ ਬਸ ਇਹੋ ਆ ਕਿ ਤੁਹਾਨੂੰ ਥੋੜੀ ਸੈਟਿੰਗ ਤੇ ਕਰਨੀ ਪਏਗੀ ਵਿਜੇ ਜੀ। ਗੱਲ ਇਹ ਆ ਕਿ ਮੈਂ ਤੇ ਪਿਛਲੇ 2-3 ਸਾਲ ਤੋਂ ਇਸ ਮਾਮਲੇ ਤੇ ਬੋਲ ਰਿਹਾ ਵਾਂ ਕਿ ਤੁਹਾਨੂੰ ਸ਼ਿਫਟਿੰਗ ਕਰਨੀ ਪਵੇਗੀ, ਚਾਹੇ ਉਹ ਸੋਲਰ ਤੇ ਚਲੇ ਜਾਓ, ਪੰਨ ਤੇ ਚਲੇ ਜਾਓ, ਤੁਹਾਡੇ ਕੋਲ ਹਿਮਾਚਲ ਹੈ ਉਹਦੇ ਨਾਲ ਕੋਈ ਪਾਰਟਨਰਸ਼ਿਪ ਕਰ ਲਓ, ਤੁਹਾਡੇ ਕੋਲ ਹੈਗਾ ਮੌਕਾ, ਕੁਛ ਵੀ ਕਰ ਲਓ, ਪੌਣ ਤੇ ਕਰ ਲਓ, ਪੰਨ ਤੇ ਕਰ ਲਓ, ਸੋਲਰ ਤੇ ਕਰ ਲਓ, ਜੋ ਵੀ ਤੁਹਾਨੂੰ ਲੱਗਦਾ। ਪਰ ਤੁਹਾਡੀ ਸ਼ਿਫਟਿੰਗ ਜਿਹੜੀ ਹੈ ਜ਼ਰੂਰੀ ਹੈ, ਕਿਉਂਕਿ ਕੋਲਾ ਮਹਿੰਗਾ ਹੁੰਦਾ ਜਾਏਗਾ, ਢੁਆਈ ਮਹਿੰਗੀ ਹੁੰਦੀ ਜਾਏਗੀ, ਰੈਕ ਜਿਹੜੀ ਆ ਇਹ ਕੇਂਦਰ ਸਰਕਾਰ ਵਧਾ ਨਹੀਂ ਰਹੀ। ਤੁਸੀਂ ਜਾਣ ਕੇ ਇਹ ਹੈਰਾਨ ਹੋਵੋਗੇ ਕਿ ਰੈਕ ਜਿਹੜੇ ਮੰਨ ਲਓ ਅੱਜ ਤੋਂ 10-15 ਸਾਲ ਪਹਿਲਾਂ ਮੌਜੂਦ ਸਨ ਨਾ, ਰੇਲ ਗੱਡੀ ਦੇ ਜਿਹੜੇ ਰੈਕ ਕੋਲਾ ਢੋਣ ਵਾਸਤੇ, ਅੱਜ ਵੀ ਉਹੀ ਨੇ, ਜ਼ਿਆਦਾ ਕੋਈ ਇਜ਼ਾਫਾ ਨਹੀਂ ਹੋਇਆ। ਜਦ ਕਿ ਜਿਹੜੀ ਡਿਮਾਂਡ ਹੈ ਉਹ ਅਕਸਰ ਵੱਧ ਜਾਂਦੀ ਹੈ, ਹਰੇਕ ਸਾਲ ਹੀ ਵੱਧ ਜਾਂਦੀ ਹੈ। ਤੇ ਵੈਸੇ ਤੁਹਾਨੂੰ ਇੱਕ ਹੋਰ ਫੈਕਟ ਦੱਸ ਦੇਣਾ, ਗੱਲ ਥੋੜੀ ਜਿਹੀ ਲੰਬੀ ਹੋਏਗੀ, ਜ਼ਿਆਦਾ ਨਹੀਂ ਕਰਾਂਗਾ, ਕਿ ਇੰਡੀਆ ਬਿਜਲੀ ਉਤਪਾਦਨ 'ਚ ਸਰਪਲਸ ਹੈ। ਅੱਛਾ ਜੀ, ਇੰਡੀਆ, ਹਾਂਜੀ, ਇਹ ਬਹੁਤ ਵੱਡਾ ਤੁਹਾਨੂੰ ਮੈਂ ਫੈਕਟ ਦੱਸਦਾ, ਇੰਡੀਆ ਤਕਰੀਬਨ ਸਰਪਲਸ ਹੈ। ਬਟ ਉਹ ਕਦੇ ਵੀ ਉਸ ਕਪੈਸਿਟੀ ਤੇ ਪਹੁੰਚਿਆ ਹੀ ਨਹੀਂ ਹੈ ਕਿ ਉਹਦਾ ਉਤਪਾਦਨ ਫੁੱਲ ਹੋਵੇ। ਕਿਉਂ? ਉਹਦਾ ਕਾਰਨ ਇਹੀ ਹੈ ਕਿ ਇੰਡੀਆ ਦੇ ਬਹੁਤ ਸਾਰੇ ਇਲਾਕੇ ਇਹੋ ਜਿਹੇ ਜਿੱਥੇ ਕੋਲਾ ਬਹੁਤ ਲੇਟ ਪਹੁੰਚਦਾ ਹੈ, ਜਾਂ ਕਹਿ ਲਓ ਕਿ ਕੋਲੇ ਦੀ ਕਮਤੀ ਆ ਜਾਂਦੀ ਆ, ਮੌਨਸੂਨ ਦਾ ਹਿਸਾਬ ਕਿਤਾਬ ਹੋ ਜਾਂਦਾ ਹੈ। ਸੋ ਅੱਜ ਤੱਕ ਇਹ ਮੇਰੇ ਖਿਆਲ ਦੇ ਨਾਲ ਕਦੇ ਫੁੱਲੀ ਕਪੈਸਿਟੀ ਤੇ ਬਿਜਲੀ ਦਾ ਉਤਪਾਦਨ ਹੀ ਨਹੀਂ ਕਰ ਸਕੇ, ਜਦਕਿ ਕਪੈਸਿਟੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਥਰਮਲ ਹੈ ਉਹ ਤੁਹਾਨੂੰ ਕੋਲੇ ਤੇ ਚੱਲਦੇ ਮਿਲਣਗੇ। ਜੀ ਮਿੰਟੂ ਜੀ, ਤੁਸੀਂ ਜ਼ਿਕਰ ਕੀਤਾ ਕਿ ਜਿਵੇਂ ਵੀ ਹਿਮਾਚਲ ਦੇ ਨਾਲ ਕੋਈ ਕੋਲੈਬੋਰੇਸ਼ਨ ਕਰ ਲਈ ਜਾਵੇ ਸੋ ਦੈਟ ਜਿਹੜੀ ਪਾਵਰ ਦੀ ਸਪਲਾਈ ਹੈ ਉਹ ਡਾਇਵਰਸੀਫਾਈ ਹੋ ਸਕੇ ਜਾਂ ਕੋਲੇ ਤੇ ਇੰਨੀ ਨਿਰਭਰਤਾ ਨਾ ਰਹੇ। ਪਰ ਸੀਐਮ ਹਿਮਾਚਲ ਤੇ ਨਹੀਂ, ਉਹ ਤੇਲੰਗਾਨਾ ਗਏ ਹੋਏ ਨੇ, ਅਚਾਨਕ ਪਹੁੰਚ ਗਏ ਉੱਥੇ, ਤੇ ਉੱਥੇ ਜਾ ਕੇ ਕੋਈ ਐਲਾਨ ਵਗੈਰਾ ਵੀ ਕੀਤਾ। ਕੀ ਆਖ ਰਹੇ ਨੇ ਭਗਵੰਤ ਮਾਨ ਤੇਲੰਗਾਨਾ ਦੇ ਵਿੱਚ? ਹੁਣ ਹਿਮਾਚਲ 'ਚ ਇਲੈਕਸ਼ਨ ਹੋ ਗਿਆ ਨਾ, ਹੁਣ ਉੱਥੇ ਜਾ ਕੇ ਕੀ ਕਰਨਾ ਹੈ? ਹੁਣ ਤੇਲੰਗਾਨਾ 'ਚ ਇਹ ਕਹਿੰਦੇ ਤੇਲੰਗਾਨਾ ਵਾਲਾ ਮਾਡਲ ਲਿਆਵਾਂਗੇ। ਮੈਂ ਕਿਹਾ ਵਾਹ ਜੀ ਵਾਹ, ਪਹਿਲਾਂ ਦਿੱਲੀ ਵਾਲਾ ਮਾਡਲ ਪੰਜਾਬ 'ਚ ਲਿਆਂਦਾ, ਹੁਣ ਪੰਜਾਬ ਵਾਲਾ ਮਾਡਲ ਕਿਤੇ ਵੀ ਨਹੀਂ ਜਾ ਸਕਦੇ, ਤਾਂ ਹੁਣ ਕਹਿੰਦੇ ਆ ਕਿ ਤੇਲੰਗਾਨਾ ਦਾ ਮਾਡਲ ਦੇ ਕੇ ਉੱਥੇ ਵੋਟਾਂ ਦਾ ਬੰਦੋਬਸਤ ਕੀਤਾ ਜਾਏਗਾ। ਇਹ ਦੇਖੋ ਰਾਜਨੀਤੀ ਆ। ਗੱਲ ਇਹ ਆ ਕਿ ਉਹ ਗਏ ਨੇ, ਮਾਨ ਸਾਹਿਬ ਉੱਥੇ ਡੈਮ ਦਾ ਨਿਰੀਖਣ ਕਰ ਰਹੇ ਨੇ, ਵੀਡੀਓਗ੍ਰਾਫੀ ਤੇ ਤੁਹਾਨੂੰ ਪਤਾ ਨਾ ਕੈਮਰੇ ਵਾਲੇ ਤੇ ਅੱਜ ਕੱਲ ਇਹ ਨਾਲ ਹੀ ਰੱਖਦੇ ਨੇ, ਇਹ ਉੱਥੇ ਮੁਆਇਨਾ ਕਰ ਰਹੇ ਨੇ। ਫਿਰ ਇਹਨਾਂ ਨੇ ਟਵੀਟ ਕਰਕੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਇਹਨਾਂ ਨੇ ਜੀ ਛੋਟੇ ਡੈਮ ਬਣਾ ਰੱਖੇ ਆ ਜਿਹਦੇ ਨਾਲ ਧਰਤੀ ਹੇਠਲਾ ਪਾਣੀ ਜਿਹੜਾ ਉਹ 2 ਮੀਟਰ ਉੱਤੇ ਆ ਗਿਆ। ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਮਾਡਲ ਆ ਇਹਨੂੰ ਜੇ ਆਪਾਂ ਅਖਤਿਆਰ ਕਰੀਏ, ਇਹਨੂੰ ਆਪਾਂ ਪ੍ਰਵਾਨ ਕਰ ਲਈਏ, ਆਪਾਂ ਇਹਨੂੰ ਅਮਲ 'ਚ ਲੈ ਆਈਏ, ਤਾਂ ਜਿਹੜਾ ਸਾਡਾ ਪਾਣੀ ਧਰਤੀ ਜ਼ੀਰੇਗਾ, ਧਰਤੀ ਜ਼ੀਰ ਕੇ ਉਹ ਪਾਣੀ ਮਤਲਬ ਕਿ ਰੀਚਾਰਜ ਹੋਏਗਾ, ਤਾਂ ਉਹਦੇ ਨਾਲ ਕੀ ਹੈ ਕਿ ਸਾਡਾ ਵਾਟਰ ਲੈਵਲ ਜਿਹੜਾ ਉਹ ਉੱਤੇ ਨੂੰ ਆ ਜਾਏਗਾ ਜੀ। ਪਰ ਇਹਦੇ ਵਾਸਤੇ ਹੁਣ ਗੱਲ ਤੇ ਉਹੀ ਆ, ਇੱਕ ਨਾ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਮੋਈ ਕਾ ਤੋਂ ਆਖੇ ਸਾਹ ਨਹੀਂ ਆਇਆ। ਰੌਲਾ ਤੇ ਸਾਰਾ ਪੈਸੇ ਦਾ ਕਿ ਸਾਡੇ ਕੋਲ ਇੰਨੇ ਡੈਮ ਬਣਾਉਣ ਜੋਗੇ ਪੈਸੇ ਹੈਗੇ ਨੇ, ਹੁਣ ਤੇ ਕਰਜ਼ਾ ਵੀ ਸਾਨੂੰ ਛੇਤੀ ਕੀਤਾ ਕਿਸੇ ਨੇ ਨਹੀਂ ਦੇਣਾ ਜੀ। ਤਾਂ ਗੱਲ ਇਹ ਆ ਕਿ ਇਹ ਪੈਸਾ ਕਿੱਥੋਂ ਲਿਆਉਂਗੇ, ਵੱਡਾ ਸਵਾਲ ਤੇ ਇਹ ਆ। ਤੇ ਦੂਜੀ ਗੱਲ ਇਹ ਆ ਕਿ ਇੱਥੇ ਤੇ ਹੁਣ ਦੇਖੋ ਕਿੰਨੀ ਗਹਿਮੀ ਆ, ਇੰਨਾ ਕੀਮਤੀ ਟਾਈਮ ਆ ਕਿ ਜੇ ਭੇਜਣੀ ਆ ਤੁਸੀਂ ਕੋਈ ਟੀਮ ਭੇਜ ਸਕਦੇ ਸੀ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਨੁਕਤੇ ਵਾਲੀ ਗੱਲ ਵੀ ਹੈ ਕਿ ਤੇਲੰਗਾਨਾ ਦੇ ਵਿੱਚ 1 ਸਾਲ ਰਹਿ ਗਿਆ, ਇਲੈਕਸ਼ਨ ਹੋਏਗਾ।
ਹੁਣ ਤੋਂ ਹੀ ਭਾਰਤੀ ਜਨਤਾ ਪਾਰਟੀ ਉੱਥੇ ਗਰਾਊਂਡ ਤਿਆਰ ਕਰ ਰਹੀ ਹੈ, ਬਹੁਤ ਜ਼ੋਰ ਲੱਗ ਰਿਹਾ ਹੈ। ਐਤਕੀ KCR ਦੀ ਵੈਸੇ ਹੀ ਪੋਜੀਸ਼ਨ ਪਤਲੀ ਹੈ। ਜਿਵੇਂ ਹੀ ਜਾ ਕੇ ਇਹਨਾਂ ਨੇ ਤੇਲੰਗਾਨਾ ਮਾਡਲ ਦਾ ਜ਼ਿਕਰ ਕੀਤਾ ਨਾ ਕਿ ਅਸੀਂ ਇਹ ਲੈ ਕੇ ਜਾਵਾਂਗੇ ਪੰਜਾਬ ਨੂੰ, ਤੇ ਤਿਵੇਂ ਹੀ ਸਾਡੀ ਜਿਹੜੇ ਯੂਨੀਅਨ ਫਾਈਨੈਂਸ ਮਿਨਿਸਟਰ ਹੈਗੇ ਆ ਨਾ ਤਾਈ ਨਿਰਮਲਾ ਸੀਤਾਰਮਨ, ਉਹ ਕਹਿੰਦੇ ਕਿ ਦੇਖੋ ਤੇਲੰਗਾਨਾ ਜਿਹੜਾ ਹੈ ਨਾ ਉਹ 2014 ਚ 60,000 ਦਾ ਕਰਜ਼ਾਈ ਸੀ, 60,000 ਕਰੋੜ ਦਾ, ਤੇ ਅੱਜ 3 ਲੱਖ ਕਰੋੜ ਦਾ ਕਰਜ਼ਾਈ ਹੈ। ਤੇ ਵੇਖ ਲਓ ਇਹਨਾਂ ਦੀਆਂ ਮਤਲਬ ਕਿ ਆਪ ਉਧਰੀਆਂ। ਸੋ ਖੈਰ ਇਹ ਸਾਰੇ ਆਪਾਂ ਜੇ ਦੇਖੀਏ ਤਾਂ ਰਾਜਨੀਤਿਕ ਪੱਖ ਤੋਂ ਵੀ ਦਿਲਚਸਪ ਹੋ ਜਾਂਦਾ ਕਿ ਜੇ ਤੁਸੀਂ ਝਾਤੀ ਮਾਰੋ, ਥੋੜਾ ਸਮਾਂ ਪਹਿਲਾਂ ਹੀ ਪਿੱਛੇ ਜਾ ਕੇ ਝਾਤੀ ਮਾਰੋਗੇ ਤਾਂ ਇਹ ਤੀਸਰਾ ਵਿਜ਼ਿਟ ਹੈ ਜਿੰਨਾ ਕੁ ਮੈਨੂੰ ਯਾਦ ਹੈ। ਪਹਿਲਾਂ ਰੈਲੀ 'ਚ ਗਏ ਤੇਲੰਗਾਨਾ ਜੀ, ਚੀਫ ਮਿਨਿਸਟਰ ਸਾਹਿਬ ਮਾਨ ਸਾਹਿਬ, ਦੂਜਾ ਫਿਰ ਆ ਕਹਿੰਦੇ ਜੀ ਆਪਾਂ ਇਨਵੈਸਟਰ ਲੈ ਕੇ ਆਣੇ ਨੇ, ਉਦੋਂ ਗਏ ਹੈਦਰਾਬਾਦ ਦੇ ਵਿੱਚ। ਤੀਸਰਾ ਵਿਜ਼ਿਟ ਇਹ ਆ ਕੁਛ ਦਿਨਾਂ ਦੇ ਅੰਦਰ ਅੰਦਰ। ਔਰ ਗੱਲ ਤੇ ਇਹ ਆ ਕਿ ਹਾਲੇ ਤੇ 에ਅਰਕ੍ਰਾਫਟ ਲੈਣਾ ਇਹਨਾਂ ਨੇ, ਫਿਰ ਤੁਸੀਂ ਦੇਖੋ ਦੇ ਗੇੜੇ ਤੇ ਗੇੜਾ, ਦੇ ਗੇੜੇ ਤੇ ਗੇੜਾ, ਜਿਵੇਂ ਗੇੜੀ ਰੂਟ ਤੇ ਨੇ ਜਾਂਦੇ ਆ ਨਾ, ਕਹਿੰਦੇ ਮੈਂ ਚੱਲਿਆ ਗੇੜੀ ਤੇ, ਮੈਂ ਚੱਲਿਆ ਗੇੜੀ ਤੇ, ਐਂ ਹੀ ਰਹਿਣਗੇ ਫਿਰ ਜਿੱਥੇ ਜਿੱਥੇ ਇਲੈਕਸ਼ਨ ਹੋਣਾ ਹੈ ਜੀ। ਮਿੰਟੂ ਜੀ, ਇੱਕ ਭਾਰਤ ਦੇ ਵਿੱਚ ਜਿਹੜਾ ਤਕਰੀਬਨ ਪਿਛਲੇ 40 ਸਾਲਾਂ ਤੋਂ ਐਕਟ ਲਾਗੂ ਹੈ, NDPS ਐਕਟ, ਬੜਾ ਸਖਤ ਐਕਟ ਹੈ ਉਹ, ਜਿਹੜਾ ਕਿ ਨਾਰਕੋਟਿਕ ਡਰੱਗਸ ਤੇ ਸਾਈਕੋਟ੍ਰੋਪਿਕ ਸਬਸਟੈਂਸਿਸ ਨਾਲ ਸੰਬੰਧਿਤ ਹੈ, ਜਿਹਦੇ ਉੱਪਰ ਇਸ ਐਕਟ ਤਹਿਤ ਮੁਕੱਦਮਾ ਪੈ ਜਾਂਦਾ, ਉਹਦੇ ਵਾਸਤੇ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਇਆ ਕਰਦੀ ਹੈ। ਤੇ ਇਸੇ ਤਰ੍ਹਾਂ ਦਾ ਮੁਕੱਦਮਾ ਸੁਖਪਾਲ ਖਹਿਰਾ ਦੇ ਉੱਤੇ ਵੀ ਪੈ ਗਿਆ ਸੀ। ਹੁਣ ਸੁਪਰੀਮ ਕੋਰਟ ਨੇ ਉਹਨੂੰ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ। ਕੀ ਅਪਡੇਟ ਹੈ ਜੀ ਇਸ ਮਾਮਲੇ 'ਚ? ਬਿਲਕੁਲ ਜਿੱਦਾਂ ਤੁਸੀਂ ਵਿਆਖਿਆ ਕੀਤੀ ਹੈ ਕਾਨੂੰਨ ਦੀ, ਤਾਂ ਫਿਰ ਸੁਖਪਾਲ ਖਹਿਰਾ ਨੂੰ ਤੇ ਕਹਿਣਾ ਚਾਹੀਦਾ ਕਿ ਜਾਨ ਬਚੀ ਸੋ ਲਾਖੋ ਪਾਏ। ਤਾਂ ਇਹ ਮਾਮਲਾ ਸੁਖਪਾਲ ਖਹਿਰਾ ਦਾ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਜ਼ਿਆਦਾ ਚਰਚਿਤ ਹੋ ਗਿਆ ਸੀਗਾ ਜਦੋਂ ਇਹਨਾਂ ਨੂੰ ਸਮਨਿੰਗ ਹੋ ਗਈ ਸੀਗੀ ਫਾਜ਼ਿਲਕਾ ਸੈਸ਼ਨ ਕੋਰਟ ਚੋਂ ਕਿ ਭਾਈ ਆਓ। ਉਸ ਤੋਂ ਬਾਅਦ ਚੈਲੰਜ ਹੋਇਆ, ਫਿਰ ਉਸ ਤੋਂ ਬਾਅਦ ਮਾਮਲਾ ਤੁਰਦਾ ਇਹ ਸੁਪਰੀਮ ਕੋਰਟ ਤੱਕ ਚਲੇ ਗਿਆ ਸੀਗਾ। 100 ਨੇਮ ਤੱਕ ਵੀ ਗੱਲ ਗਈ ਸੀਗੀ, ਇੱਥੋਂ ਤੱਕ ਕਿ ਖਹਿਰਾ ਸਾਹਿਬ ਨੇ ਚੈਲੰਜ ਕੀਤਾ ਸੀਗਾ ਕਿ ਮੈਂ ਦਰਬਾਰ ਸਾਹਿਬ ਆ ਜਾਣਾ, ਇਹ ਪੁਲਿਸ ਅਫਸਰ ਵੀ ਆ ਜਾਣ। ਹੋਇਆ ਕੀ ਸੀ, ਮੈਂ ਥੋੜਾ ਜਿਹਾ ਪਿਛੋਕੜ ਵੀ ਦੱਸ ਦੇਣਾ, ਤੁਹਾਨੂੰ ਸਾਫ਼ ਹੋ ਜਾਏਗਾ, ਕੁਝ ਲਿਸਨਰ ਨੂੰ ਵੀ ਸਾਫ਼ ਹੋ ਜਾਏਗਾ। ਦਰਅਸਲ ਕੀ ਹੈ ਕਿ ਬੰਦੇ ਫੜੇ ਗਏ ਸਨ ਬਾਰਡਰ ਤੇ ਇਧਰ ਸਾਡੇ ਵਾਲੇ ਪਾਸੇ, ਤਾਂ ਉਹਦੇ ਵਿੱਚ ਹੋਇਆ ਕਿ ਇੱਕ ਬੰਦਾ ਦੇਬੀ ਨਾਂ ਦਾ, ਉਹ ਇਹਨਾਂ ਦਾ ਕਰੀਬੀ ਰਿਹਾ ਸੀਗਾ ਕਿਸੇ ਟਾਈਮ, ਮਤਲਬ ਕਿ ਉਹ ਵੀ ਨੇਤਾ ਸੀਗਾ, ਸ਼ਾਇਦ ਉਹ ਭਲਾਥ ਜੋ ਨਗਰ ਕੌਂਸਲ ਆ ਉੱਥੇ, ਉਹਦਾ ਕੋਈ ਚੇਅਰਮੈਨ ਵਗੈਰਾ ਵੀ ਰਿਹਾ। ਤਾਂ ਇਹ ਸਿਆਪਾ ਪੈ ਗਿਆ, ਕਹਿੰਦੇ ਕਿ ਸੁਖਪਾਲ ਖਹਿਰਾ ਨੇ ਉਹਨੂੰ ਛੁਡਾਉਣ ਵਾਸਤੇ ਯਤਨਸ਼ੀਲਤਾ ਕੀਤੀ ਸੀਗੀ। ਚਲੋ ਇਹ ਤਾਂ ਪੋਲੀਟੀਕਲੀ ਫਿਰ ਹੋਏ, ਇਲਜ਼ਾਮ ਲੱਗੇ, ਪਰ ਗੱਲ ਇਹ ਸੀਗੀ ਕਿ ਜਦ ਉਹਨਾਂ ਨੂੰ ਸਜ਼ਾ ਕੀਤੀ ਗਈ ਜੀ, ਜਿਹੜੇ ਉਹ ਬੰਦੇ ਫੜੇ ਸੀ, ਤਾਂ ਉਸੇ ਦਿਨ ਕੇਸ ਦਾ ਨਵੇੜਾ ਕਰਕੇ ਸੈਸ਼ਨ ਜੱਜ ਨੇ ਕਿਹਾ ਸੀਗਾ ਕਿ ਸੁਖਪਾਲ ਖਹਿਰਾ ਤੁਸੀਂ ਆਓ। ਤਾਂ ਇਹ ਬਹੁਤ ਵੱਡੀ ਪਸੂੜੀ ਪੈ ਗਈ, ਇਹਨਾਂ ਨੇ ਚੈਲੰਜ ਕੀਤਾ ਸੀਗਾ ਸਮਨ ਨੂੰ। ਤਾਂ ਫਿਰ ਮਾਮਲਾ ਹਾਈ ਕੋਰਟ ਹੁੰਦਾ ਹੋਇਆ ਚਲਾ ਗਿਆ ਸੁਪਰੀਮ ਕੋਰਟ। ਸੁਪਰੀਮ ਕੋਰਟ 'ਚ ਇਹਦੇ ਤੇ ਇੱਕ ਤਰ੍ਹਾਂ ਨਾਲ ਵਿਜੇ ਜੀ, ਮੈਂ ਇਸ ਨੂੰ ਫੋਲੋ ਕਰ ਰਿਹਾ ਸੀਗਾ ਕੁਝ ਮਹੀਨੇ ਪਹਿਲਾਂ, ਸੰਵਿਧਾਨਕ ਬਹਿਸ ਛਿੜ ਗਈ। ਸੰਵਿਧਾਨਕ ਬਹਿਸ ਛਿੜੀ, ਉਹ ਇੱਕ ਟੈਕਨੀਕਲ ਨੁਕਤਾ ਹੈ, ਉਹਨੂੰ ਜ਼ਰੂਰ ਵਿਚਾਰ ਲਿਓ। ਸੁਪਰੀਮ ਕੋਰਟ ਦੀ ਜਿਹੜੀ ਬੈਂਚ ਪਹਿਲਾਂ ਕੇਸ ਸੁਣ ਰਹੀ ਸੀ, ਉਹਨੇ ਆਖਿਆ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਾਨੂੰਨ ਦੇ ਰੌਸ਼ਨੀ ਦੇ ਵਿੱਚ ਕਿ ਕੀ ਇੱਕ ਜੱਜ ਕੇਸ ਦਾ ਫੈਸਲਾ ਸੁਣਾਉਣ ਉਪਰੰਤ, ਮਤਲਬ ਕਿ ਇੱਕ ਫੈਸਲਾ ਦੇ ਚੁੱਕਾ, ਵੈਰਡਿਕਟ ਦੇ ਦਿੱਤਾ ਉਹਨੇ, ਉਹਨਾਂ ਨੂੰ ਕਨਵਿਕਸ਼ਨ ਕਰ ਦਿੱਤੀ, ਤਾਂ ਕੀ ਉਸ ਤੋਂ ਬਾਅਦ ਕਿਸੇ ਨੂੰ ਸਮਨ ਕਰ ਸਕਦਾ ਉਸੇ ਕੇਸ ਦੇ ਵਿੱਚ? ਤਾਂ ਫਿਰ ਉਹਨਾਂ ਨੇ ਕਿਹਾ ਕਿ ਇਹਦੇ 'ਚ ਸੰਵਿਧਾਨਕ ਬੈਂਚ ਜਿਹੜੀ ਉਹ ਬੈਠਣੀ ਚਾਹੀਦੀ ਹੈ। ਤਾਂ ਫਿਰ ਇਹ ਮਾਮਲਾ ਰੈਫਰ ਕੀਤਾ ਗਿਆ ਸੀਗਾ ਕਿ ਬਈ ਇਹਦੇ ਤੇ ਵਿਚਾਰੋ, ਇਹ ਸੰਵਿਧਾਨਕ ਨੁਕਤਾ ਜਿਹੜਾ ਉਹ ਤੈਅ ਕੀਤਾ ਜਾਣਾ ਚਾਹੀਦਾ। ਤਾਂ ਅੱਜ ਸੁਖਪਾਲ ਖਹਿਰਾ ਨੇ ਸਪਸ਼ਟ ਕਰ ਦਿੱਤਾ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਮਹੀਨੇ ਪਹਿਲਾਂ ਇਹ ਮਾਮਲਾ ਇਦਾਂ ਸੁਪਰੀਮ ਕੋਰਟ 'ਚ ਅੱਗੇ ਵਧਿਆ ਸੀਗਾ। ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਬਰੀ ਕਰ ਦਿੱਤਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋਸ਼ ਮੁਕਤ ਕਰ ਦਿੱਤਾ ਕਿ ਭਾਈ ਇਹ ਸਮਨਿੰਗ ਹੀ ਗਲਤ ਹੈ। ਤੇ ਇਹਦਾ ਅਰਥ ਇਹੋ ਹੀ ਆ ਕਿ ਸੁਖਪਾਲ ਖਹਿਰਾ ਅੱਜ ਘਰਾੜੇ, ਜਿਵੇਂ ਕਹਿੰਦੇ ਨਾ ਕਿ ਘੋੜੇ ਵੇਚ ਕੇ, ਅੱਜ ਘੋੜੇ ਵੇਚ ਕੇ ਸੌਣਗੇ, ਕਿਉਂਕਿ ਬਹੁਤ, ਜਿਵੇਂ ਤੁਸੀਂ ਸ਼ੁਰੂਆਤ 'ਚ ਕਿਹਾ ਕਿ ਬਹੁਤ ਭੈੜਾ ਕੇਸ ਹੈ। ਨਵਜੋਤ ਸਿੰਘ ਸਿੱਧੂ ਵੇਖ ਲਓ, ਰੋਡ ਰੇਜ ਦੇ ਕੇਸ ਦੇ ਵਿੱਚ ਹੀ ਸੁਪਰੀਮ ਕੋਰਟ 'ਚੋਂ ਕਿੱਥੋਂ ਕਿੱਥੇ ਪਹੁੰਚ ਗਿਆ ਜੀ। ਮਿੰਟੂ ਜੀ, ਮਨੀਸ਼ਾ ਗੁਲਾਟੀ ਨੇ ਮੁੜ ਤੋਂ ਆਪਣਾ ਅਹੁਦਾ ਸੰਭਾਲ ਲਿਆ ਜੀ, ਤੇ ਅਹੁਦਾ ਸੰਭਾਲਣ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਣਨ ਤੋਂ ਮਗਰੋਂ ਦੁਬਾਰਾ ਤੋਂ ਉਹਨਾਂ ਨੇ ਕੀ ਬਿਆਨ ਦਿੱਤਾ ਪਹਿਲਾਂ?
ਬਸ ਇਹੋ ਹੀ ਦਿੱਤਾ ਬਿਆਨ ਕਿ ਡਰਟੀ ਪੋਲਿਟਿਕਸ ਦੇ ਵਿੱਚ ਮੈਂ ਪੈਂਦੀ ਨਹੀਂ ਆ, ਮੇਰੇ ਸਵੈਮਾਨ ਦੀ ਗੱਲ ਸੀ, ਇਸ ਕਰਕੇ ਅਸੀਂ ਕੋਰਟ ਦੇ ਵਿੱਚ ਗਏ, ਸਭ ਸਰਕਾਰਾਂ ਦੇ ਨਾਲ ਬਈ ਅਸੀਂ ਮਿਲ ਕੇ ਚੱਲਣ ਵਾਲੇ ਆ, ਸੋ ਸਹਿਯੋਗ ਸਗੋਂ ਦੇਣਾ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਕੋਈ ਵੱਡੀ ਗੱਲ ਨਹੀਂ ਕੀਤੀ। ਪਰ ਇਹਦੇ ਵਿੱਚ ਹਾਲੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਗੇਬਾਜ਼ੀ ਜਿਹੜੀ ਆ ਉਹ ਖਤਮ ਨਹੀਂ ਹੋਈ, ਕਿਉਂਕਿ ਇਹਨਾਂ ਨੂੰ ਜਦੋਂ ਬਹਾਲ ਕਰ ਦਿੱਤਾ ਗਿਆ ਕੋਰਟ ਵੱਲੋਂ, ਤਾਂ ਉਸ ਤੋਂ ਬਾਅਦ ਵੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮੰਤਰੀ ਉਹ ਕਹਿੰਦੇ ਕਿ ਇਸ ਬੀਬੀ ਨੂੰ ਫਾਰਗ ਕਰਨਾ ਹੀ ਕਰਨਾ ਹੈ। ਤਾਂ ਇਹ ਇੱਕ ਵਾਰੀ ਜੁਆਇਨ ਤੇ ਕਰ ਗਏ, ਜੁਆਇਨ ਵੀ ਨਹੀਂ ਕਹਿਣਾ ਚਾਹੀਦਾ, ਰੀਜੁਆਇਨ ਕਹਿ ਲਓ, ਇਹ ਕਰ ਗਏ ਨੇ, ਇਹ ਦੁਬਾਰਾ ਫਿਰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬਣ ਗਏ ਆ। ਪਰ ਇਹੋ ਜਿਹੇ ਹਾਲਾਤ ਦੇ ਵਿੱਚ ਕਿ ਕੋਈ ਸਰਕਾਰ ਤੁਹਾਨੂੰ ਇੱਕ ਵਾਰੀ ਕਹਿ ਦੇ ਕਿ ਜਾਓ ਫਾਰਗ ਹੋ ਤੁਸੀਂ ਕੋਰਟ ਦੇ ਜ਼ਰੀਏ ਫੇਰਾ ਬੈਨੇ ਹੋ, ਮੰਤਰੀ ਇਹੋ ਜਿਹੇ ਬਿਆਨ ਦਿੰਦੇ ਆ, ਤੇ ਨੈਤਿਕਤਾ ਵੀ ਤੁਸੀਂ ਦੇਖੋ ਨਾ ਆਪਣੀ, ਕਿ ਖੁਦ ਭਾਜਪਾ ਜੁਆਇਨ ਕਰ ਚੁੱਕੇ ਨੇ ਇਹ ਬੀਬੀ ਜੀ, ਇਹ ਸੌਦੇ ਤੇ ਰਹਿੰਦੇ ਆ। ਮੈਨੂੰ ਨਹੀਂ ਲੱਗਦਾ ਕਿ ਇਸ ਜਿਹੜੀ ਕੁਰਸੀ ਹੈ, ਇਸ ਕੁਰਸੀ ਦੀ ਜੋ ਮਰਿਆਦਾ ਹੋਣੀ ਚਾਹੀਦੀ ਉਹਦੇ ਮੁਤਾਬਕ ਇਹ ਕੰਮ ਹੋ ਰਿਹਾ ਹੈ। ਜਦੋਂ ਕੋਈ ਤਾਲਮੇਲ ਹੀ ਨਹੀਂ ਹੈ ਤੁਹਾਡਾ, ਤੇ ਫਿਰ ਉੱਥੇ ਬੈਠਣ ਦਾ ਕੀ ਫਾਇਦਾ? ਉਹ ਕਹਿੰਦੇ ਨਾ ਕਿ ਜਿੱਥੇ ਇੱਜ਼ਤ ਨਾ ਮਿਲੇ ਤੇ ਉੱਥੇ ਫਿਰ ਜਾਣ ਦਾ ਕੀ ਫਾਇਦਾ ਜੀ, ਉੱਥੇ ਤੇ ਫਤਿਹ ਹੀ ਚੰਗੀ ਹੈ। ਸੋ ਇਸ ਕਰਕੇ ਬੀਬੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੀ ਅੜ ਪੁਗਾਈ ਆ। ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ ਹੈ, ਕੋਰਟ ਚੋਂ ਜੇ ਤੁਸੀਂ ਸੀਪ ਲਵਾ ਦਿੱਤੀ ਆ ਤੇ ਇੱਕ ਦਿਨ ਫਿਰ ਹੁਕਮ ਦਾ ਯੱਕਾ ਸਾਡੇ ਕੋਲ ਵੀ ਆਏਗਾ, ਫਿਰ ਅਸੀਂ ਵੀ ਤੁਹਾਨੂੰ ਦੱਸਾਂਗੇ। ਸੋ ਆਹ ਕਹਾਣੀ ਹੈ ਓਵਰਆਲ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਬਿਲਕੁਲ, ਅੱਜ ਦੀ ਖੁਸ਼ਨੁਮਾ ਖਬਰ ਜਿਹੜੀ ਆਪਾਂ ਕਾਰ ਸੇਵਾ ਵਾਲਿਆਂ ਦਾ ਜਦੋਂ ਜ਼ਿਕਰ ਕਰਦੇ ਜਾਂ ਸੁਣਦੇ ਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਜੀ। ਤਾਂ ਖੈਰ ਦੇਖੋ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਮਾਜ ਦੇ ਵਿੱਚ ਸਾਰੇ ਤਬਕੇ, ਸਾਰੇ ਭਾਈਚਾਰੇ, ਚੰਗੇ ਮੰਦੇ ਲੋਕ ਏਦਾਂ ਹੀ ਹੁੰਦੇ ਆ ਸੰਸਾਰ ਦੇ ਵਿੱਚ। ਸਾਧੂਆਂ ਦੀ ਭੇਖ ਦੇ ਵਿੱਚ ਉਹਨਾਂ ਦੀ ਵੀ ਇੱਕ ਦੁਨੀਆ, ਚੰਗੇ ਵੀ ਹੁੰਦੇ, ਮੰਦੇ ਵੀ ਹੁੰਦੇ ਆ। ਤਾਂ ਗੱਲ ਕੀਤੀ ਜਾ ਰਹੀ ਹੈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਹੜੇ ਆ, ਜਿਨ੍ਹਾਂ ਨੂੰ ਮੇਰੇ ਖਿਆਲ ਦੇ ਨਾਲ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ, ਜੇ ਮੈਂ ਨਹੀਂ ਭੁੱਲਦਾ। ਤਾਂ ਇਹਨਾਂ ਨੇ ਜੋ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਇੱਕ ਮਿਸ਼ਨ ਆਰੰਭਿਆ ਸੀਗਾ। ਵੈਸੇ ਪਹਿਲਾਂ ਵੀ ਬਹੁਤ ਜ਼ਿਆਦਾ ਵਾਤਾਵਰਣ ਵਾਸਤੇ ਕੰਮ ਕਰਦੇ ਨੇ, ਤਾਂ ਇਹਨਾਂ ਨੇ ਮਿਸ਼ਨ ਆਰੰਭਿਆ ਸੀਗਾ ਕਿ ਅਸੀਂ ਤਕਰੀਬਨ ਇਹਨਾਂ ਨੇ ਜੋ ਦਾਅਵਾ ਕੀਤਾ ਸੀਗਾ ਕਿ 550 ਛੋਟੇ ਛੋਟੇ ਜੰਗਲ ਬਣਾਵਾਂਗੇ ਪੰਜਾਬ ਦੇ ਵਿੱਚ। ਤਾਂ ਉਹਦੇ ਚ 231 ਦਾ ਟਾਰਗੇਟ ਇਹਨਾਂ ਨੇ ਸਰ ਕਰ ਲਿਆ, ਤੇ ਦੱਸਦੇ ਆ ਕਿ ਤਕਰੀਬਨ 100 ਏਕੜ ਧਰਤੀ ਗੁਲਜ਼ਾਰ ਕਰ ਦਿੱਤੀ ਆ। ਹਿਸਾਬ ਲਾ ਲਓ ਕਿ ਇਹ ਨਿਰੰਤਰ ਚੱਲ ਰਹੇ ਨੇ। 1,30,000 ਬੂਟਾ ਇਹਨਾਂ ਨੇ ਲਾ ਦਿੱਤਾ। ਕਹਿੰਦੇ ਕਿ ਹਾਲੇ ਅੱਧ ਚ ਗਏ ਆ, ਹੋਰ ਵੀ ਅਸੀਂ ਇਹ ਜਿਹੜੇ ਛੋਟੇ ਛੋਟੇ ਜੰਗਲ ਆ ਬਣਾਵਾਂਗੇ। ਬਹੁਤ ਸਾਰੇ ਇਹਨਾਂ ਵੱਲੋਂ ਰੁੱਖ ਲਾਏ ਜਾਂਦੇ ਆ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ 4 ਤਰ੍ਹਾਂ ਦੇ ਇਹ ਬੂਟੇ ਹੁੰਦੇ ਆ, ਬਰਾਬਰ ਵੰਡੇ ਜਾਂਦੇ ਆ, ਜਿੱਦਾਂ ਸ਼ਾਨਦਾਰ ਆ, ਫਲਦਾਰ ਆ, ਫੁੱਲਦਾਰ ਆ, ਖੁਸ਼ਬੂਦਾਰ ਆ, ਇਸ ਤਰ੍ਹਾਂ। ਤਾਂ ਇਹ ਦਵਾਈਆਂ ਦੇ ਤੌਰ ਤੇ ਵੀ ਕੁਝ ਬੂਟੇ ਜਿਹੜੇ ਜਾਣੇ ਜਾਂਦੇ, ਮਤਲਬ ਕਿ ਪੂਰੇ ਐ ਬਰਾਬਰ ਕਿ ਇਹ ਵੀ ਬੂਟਾ ਚਾਹੀਦਾ, ਇਹ ਵੀ ਬੂਟਾ ਚਾਹੀਦਾ। ਸੋ ਬਹੁਤ ਵੱਡੀ ਸੇਵਾ ਕਰ ਰਹੇ ਆ, ਕਿਉਂਕਿ ਗਲੋਬਲ ਵਾਰਮਿੰਗ ਹੈ ਜੀ, ਕਲਾਈਮੇਟ ਚੇਂਜ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੀ ਥਾਂ ਤੇ ਆ। ਪਰ ਇਹੋ ਜਿਹੇ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਲੜਾਈ ਵੀ ਲੜ ਰਹੇ ਜੀ।